ਉਹ ਸੀਐਮ ਜਿਹੜਾ ਨਾ ਉੱਥੇ ਆਪਣੀ ਜਾਤੀ ਨੂੰ ਉਭਾਰ ਰਿਹਾ। ਸੀਐਮ ਖੁਦ ਠਾਕੁਰ ਹੈ। ਸਾਨੂੰ ਉਸ ਸੰਵਿਧਾਨ ਰਾਜ ਦੀ ਜ਼ਰੂਰਤ ਹੈ, ਸਾਨੂੰ ਰਾਮ ਰਾਜ ਦੀ ਜ਼ਰੂਰਤ ਨਹੀਂ ਹੈ। ਸ਼ਿਵ ਸੈਨਾ ਦੇ ਗੁੰਡਿਆਂ ਨੇ ਗੋਲੀ ਚਲਾਈ ਸੀ ਸਾਡੇ ਲੜਕੇ ਤੇ ਬੌਬੀ ਦੇ ਉੱਤੇ ਤੇ ਉਹਦਾ ਕਤਲ ਕੀਤਾ ਗਿਆ ਕਿ ਤੁਸੀਂ ਵਾਰ-ਵਾਰ ਰੇਪ ਕਰ ਰਹੇ ਹੋ। ਸਰਕਾਰ ਸ਼ਾਮਲ ਹੈ। ਇਹ ਇਤਿਹਾਸ 'ਚ ਹੀ ਇਹਨਾਂ ਨੇ ਇੱਕ ਪੂਰੇ ਦਾ ਪੂਰਾ ਇੱਕ ਕਲਚਰ ਦਾ ਲੜਾਈ ਹੈ ਇਹ ਪੂਰੀ ਦੀ ਵੀ ਅਸੀਂ ਤੁਹਾਨੂੰ ਕਿਤਾਬਾਂ 'ਚ ਵੀ ਲਿਖਤਾਂ 'ਚ ਵੀ ਅਸੀਂ ਤੁਹਾਨੂੰ ਡੋਮੀਨੇਟ ਕਰਨਾ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੀਤੇ ਦਿਨੀ ਸਾਰਿਆਂ ਨੂੰ ਪਤਾ ਹੈ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਕੀ ਵਾਪਰਿਆ। ਇੱਕ ਘਿਨਾਉਣੀ ਜਿਹੜੀ ਆ ਹਰਕਤ ਆ ਉਹਨੂੰ ਜਿਹੜਾ ਆ ਅੰਜਾਮ ਦਿੱਤਾ ਗਿਆ। ਦਰਿੰਦਗੀ ਦਿਖਾਈ ਗਈ ਕੁਝ ਦਰਿੰਦਿਆਂ ਵੱਲੋਂ। ਇੱਕ ਬੱਚੀ ਦੇ ਨਾਲ ਜਿਹੜਾ ਜਬਰ ਜਨਾਹ ਕੀਤਾ ਗਿਆ, ਜਿਸ ਤੋਂ ਬਾਅਦ ਉਹਦੀ ਜੀਭਾ ਜਿਹੜੀ ਸੀ ਉਹ ਕੱਟ ਦਿੱਤੀ ਗਈ, ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ, ਜਿਸ ਤੋਂ ਬਾਅਦ ਉਹ ਜੰਗ ਲੜਦੀ ਅੰਤ ਉਸਦੀ ਮੌਤ ਹੋ ਗਈ। ਔਰ ਉਹਦੇ ਬਾਅਦ ਵਿੱਚ ਪ੍ਰਸ਼ਾਸਨ ਦਾ ਰਵੱਈਆ ਇੰਨਾ ਸ਼ਰਮਨਾਕ ਰਿਹਾ ਕਿ ਅਸੀਂ ਦੱਸ ਵੀ ਨਹੀਂ ਸਕਦੇ ਆਖਿਰ ਉਹਦੇ ਪਰਿਵਾਰ ਦੇ ਨਾਲ ਵਾਪਰ ਕੀ ਰਿਹਾ ਸੀ ਉੱਥੇ। ਸੋ ਅੱਜ ਅਸੀਂ ਇਸੇ ਬਾਬਤ ਗੱਲਬਾਤ ਕਰਾਂਗੇ ਆਦਿ ਧਰਮ ਦੇ ਸੰਚਾਲਕ ਦਰਸ਼ਨ ਰਤਨ ਰਾਵਣ ਜੀ ਨਾਲ। ਉਹ ਇੱਥੇ ਪਹੁੰਚੇ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਸ ਹਾਥਰਸ ਦੀ ਘਿਨਾਉਣੀ ਜੋ ਉੱਥੇ ਹਰਕਤ ਹੋਈ ਆ ਉਸ 'ਤੇ ਗੱਲਬਾਤ ਕਰਦੇ ਹਾਂ। ਸਰ, ਪਹਿਲਾਂ ਤਾਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਸਰ, ਪਹਿਲਾਂ ਤਾਂ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜਿਹੜਾ ਹਾਥਰਸ ਵਿੱਚ ਜੋ ਵਾਪਰਿਆ ਇੰਨਾ ਜ਼ਿਆਦਾ ਸ਼ਰਮਨਾਕ ਸੀ, ਪਰ ਉਹਦੇ ਬਾਅਦ ਵਿੱਚ ਇਹ ਜੇ ਗੱਲ ਜਿਹੜੀ ਸਭ ਤੋਂ ਪਹਿਲਾਂ ਅੱਗੇ ਆਈ ਆ ਕਿ ਕਿਸੇ ਵੀ ਜਦੋਂ ਲੜਕੀ ਨਾਲ ਹੁੰਦਾ ਹੈ ਰੇਪ ਤਾਂ ਉਹਦਾ ਨਾਮ ਜਿਹੜਾ ਆ ਉਹ ਨਹੀਂ ਬੋਲਿਆ ਜਾਂਦਾ, ਸਾਫ਼ ਨਹੀਂ ਬੋਲਿਆ ਜਾਂਦਾ, ਡਾਇਰੈਕਟ ਸਾਫ਼ ਨਾਮ ਨਹੀਂ ਬੋਲਿਆ ਜਾਂਦਾ, ਕੋਈ ਨਾਮ ਹੋਰ ਦਿੱਤਾ ਜਾਂਦਾ ਆ। ਬਟ ਜੇ ਗੱਲ ਕੀਤੀ ਜਾਵੇ ਕਿ ਮਨੀਸ਼ਾ ਵਾਲਮੀਕੀ ਨਾਲ ਜੋ ਹੋਇਆ ਕਿ ਇਹਦੇ ਵਿੱਚ ਧਰਮ ਨੂੰ ਲੈ ਕੇ ਜਾਂ ਜਾਤ ਨੂੰ ਲੈ ਕੇ ਰਵੱਈਆ ਜਿਹੜਾ ਵਰਤਿਆ ਗਿਆ ਕਿ ਉਹਦਾ ਨਾਮ ਜਿਹੜਾ ਸਾਫ਼ ਬੋਲ ਦਿੱਤਾ ਗਿਆ। ਬਿਲਕੁਲ, ਤੁਸੀਂ ਇਹ ਬਹੁਤ ਖਾਸ ਸਵਾਲ ਹੈ ਇਹ, ਔਰ ਇਹ ਕੇਵਲ ਅੱਜ ਹਾਥਰਸ ਦੀ ਸਾਡੀ ਇਸ ਮਨੀਸ਼ਾ ਬੇਟੀ ਨਾਲ ਹੀ ਨਹੀਂ, ਤੁਸੀਂ ਇਤਿਹਾਸ ਦੀ ਵੀ ਸਟੱਡੀ ਕਰੋਗੇ ਤੇ ਮਹਾਤਮਾ ਰਾਵਣ ਨੂੰ, ਰਾਜਾ ਸ਼ੰਖਚੂੜ ਨੂੰ, ਜਿਹਨੂੰ ਜੰਦਰ ਰਾਖਸ਼ ਜਾਨੀ ਉਹਨਾਂ ਨੂੰ ਗਲਤ ਰੂਪ 'ਚ ਪੇਸ਼ ਕੀਤਾ ਜਾਣਾ, ਤੇ ਜਿਹੜਾ ਅਹਲਿਆ ਦੀ ਇੱਜ਼ਤ ਲੁੱਟ ਲੇ ਉਹਨੂੰ ਫਿਰ ਵੀ ਦੇਵਰਾਜ ਕਹਿਣਾ, ਇਹ ਇਤਿਹਾਸ 'ਚ ਹੀ ਇਹਨਾਂ ਨੇ ਇੱਕ ਪੂਰੇ ਦਾ ਪੂਰਾ ਇੱਕ ਕਲਚਰ ਦਾ ਲੜਾਈ ਹੈ ਇਹ ਪੂਰੀ ਦੀ ਵੀ ਅਸੀਂ ਤੁਹਾਨੂੰ ਕਿਤਾਬਾਂ 'ਚ ਵੀ ਲਿਖਤਾਂ 'ਚ ਵੀ ਅਸੀਂ ਤੁਹਾਨੂੰ ਡੋਮੀਨੇਟ ਕਰਨਾ ਆ। ਦੂਸਰਾ, ਆਪਣੇ ਆਪ ਨੂੰ ਫਿਰ ਕਹਿਣਾ ਸਵਰਨ, ਉੱਚੀ ਜਾਤੀ, ਵੀ ਉੱਚੀ ਤੁਸੀਂ ਕਿੱਧਰੋਂ ਹੈ? ਸਾਡੇ 2 ਹੱਥ ਹੈ, ਤੁਹਾਡੇ 4 ਹੱਥ ਹੈ, ਦਿਖਾਓ ਤੁਹਾਡੇ ਕੋਲ ਕੀ ਉੱਚਾ ਆ। ਇਹ ਕਾਸਟ ਦੀ ਲੜਾਈ ਹੈ ਜਿਹਦਾ ਸ਼ਿਕਾਰ ਮਨੀਸ਼ਾ ਹੋਈ, ਜਿਹਦਾ ਸ਼ਿਕਾਰ ਹਰ 7 ਮਿੰਟ ਤੇ ਇੱਕ ਲੜਕੀ ਹੋ ਰਹੀ ਹੈ। ਔਰ ਉਹਦੇ ਵਿੱਚ ਇਹੀ ਚੀਜ਼ ਖਾਸ ਤੌਰ ਤੇ ਫੈਕਟਰ ਕੰਮ ਕਰਦਾ ਆ ਜਿਹੜਾ ਕਹਿੰਦੇ ਨਾ ਅਸੀਂ ਉੱਚੀ ਜਾਤ, ਉਹਦਾ ਮਤਲਬ ਵੀ ਜਿਹੜੀ ਇਹ ਲੜਕੀ ਹੈ ਜਿਸ ਜਾਤੀ ਨਾਲ ਇਹ ਸੰਬੰਧਿਤ ਹੈ, ਇਹਨਾਂ ਨੇ ਸਾਡਾ ਕੀ ਕਰ ਲੈਣਾ। ਇਹ ਸਾਡਾ ਪ੍ਰਸ਼ਾਸਨ 'ਤੇ ਜ਼ੋਰ ਹੈ, ਸਾਡਾ ਸਰਕਾਰ 'ਤੇ ਜ਼ੋਰ ਹੈ, ਅਸੀਂ ਸਰਕਾਰ ਰਾਹੀਂ ਜੋ ਮਰਜ਼ੀ ਕਰ ਸਕਦੇ ਹਾਂ। ਇਹ ਥੋੜ੍ਹਾ ਜਿਹੜੀ ਮੈਂ ਗੱਲ ਕਹਿ ਰਿਹਾ ਸਰਕਾਰ ਰਾਹੀਂ ਜੋ ਮਰਜ਼ੀ ਕਰ ਸਕਦੇ ਹਾਂ, ਇਹ ਥੋੜ੍ਹਾ ਜਿਹਾ ਅੱਜ ਤੋਂ 10 ਸਾਲ ਪਹਿਲੋਂ ਸੀ, ਪਰ ਹੁਣ ਤਾਂ ਸਰਕਾਰ ਆਪ ਨੰਗੀ ਹੋ ਜਾਂਦੀ ਹੈ। ਇਹਦੇ ਲਗਾਤਾਰ ਮੈਂ ਦੱਸ ਰਿਹਾ, ਹੈਦਰਾਬਾਦ 'ਚ ਰੋਹਿਤ ਵੈਮੁੱਲਾ ਨੂੰ ਸੁਸਾਈਡ ਕਰਨੀ ਪਈ, ਇੱਕ ਬੱਚੇ ਨੂੰ, ਇੱਕ ਅੱਛੇ ਸਟੂਡੈਂਟ ਨੂੰ ਜਿਹੜਾ PhD ਸਕਾਲਰ ਸੀ, ਉਹਨੂੰ ਸਰਕਾਰ ਨੇ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ, ਯਾਨੀ ਕਿ ਸੈਂਟਰ ਦੀ ਮਿਨਿਸਟਰ ਨੇ ਸਮ੍ਰਿਤੀ ਇਰਾਨੀ ਤੱਕ ਦੇ ਲੈਟਰ, ਉਹ ਇੰਨਾ ਪਰੇਸ਼ਾਨ ਹੋਇਆ। ਇੱਕ ਦੱਤੇ ਬੰਗਾਰੂ ਨਾਮ ਦਾ ਮਿਨਿਸਟਰ ਦਾ ਲੈਟਰ, ਉੱਥੇ ਦੇ VC ਦਾ ਅੱਪਾ ਰਾਵ ਦਾ ਲੈਟਰ, ਉਹਨਾਂ ਨੇ ਇੰਨਾ ਪਰੇਸ਼ਾਨ ਕੀਤਾ ਕਿ ਉਹਨੂੰ ਸੁਸਾਈਡ ਕਰਨੀ ਪਈ। ਅਤੇ ਜਦੋਂ ਉਹਨੇ ਸੁਸਾਈਡ ਕੀਤੀ ਉਹਦੇ ਖਿਲਾਫ ਹੀ ਮੁਹਿੰਮ ਚਲਾਤੀ। ਕਦੀ ਉਹਨੂੰ ਕਹਿੰਦੇ ਦਲਿਤ ਹੈ, ਕਦੀ ਕਹਿੰਦੇ ਨਹੀਂ ਹੈ, ਇਹਦੀ ਮਾਂ ਆ, ਕਦੀ ਕਹਿੰਦੇ ਇਹਦਾ ਪਿਓ ਦਲਿਤ ਨਹੀਂ ਸੀ, ਜਾਣੀ ਉਹਦੇ ਕਰੈਕਟਰ ਦੇ ਉੱਤੇ ਲੜਾਈ। ਅੱਜ ਵੀ ਅਸੀਂ ਇਹੀ ਦੇਖ ਰਹੇ ਹਾਂ ਕਿ ਮਨੀਸ਼ਾ ਦੇ ਪਰਿਵਾਰ ਦੇ ਉੱਤੇ ਬਾਰ-ਬਾਰ ਹਮਲੇ, ਕਦੀ ਲੈਟਰ ਜਾਰੀ ਹੋ ਰਿਹਾ ਆ, ਕਦੀ ਕਹਿੰਦੇ ਟੈਲੀਫੋਨ ਦੇ ਉੱਤੇ 100 ਕਾਲ ਹੈ। 100 ਕਾਲ ਇੱਕ ਸਾਲ 'ਚ ਹੋ ਸਕਦੀ ਹੈ ਜਦੋਂ ਅਸੀਂ ਇਕੱਠੇ ਰਹਿ ਰਹੇ ਇੱਕ ਪਿੰਡ ਦੇ ਵਿੱਚ, ਸਾਡੀ ਆਪਸੀ ਗੱਲਬਾਤ ਹੋ ਸਕਦੀ। ਫਿਰ ਉਹਨਾਂ ਦੇ ਘਰ ਦੇ ਵਿੱਚ ਇੱਕ ਮੋਬਾਈਲ ਹੈ ਸਾਰਿਆਂ ਕੋਲ, ਔਰ ਉਸ ਇੱਕ ਮੋਬਾਈਲ ਦੇ ਉੱਤੇ ਜੇ ਸਮਾਜ ਇਕੱਠਾ ਰਹਿ ਰਹੇ ਅਸੀਂ ਤਾਂ ਸਾਡੀ ਗੱਲਬਾਤ ਹੋ ਸਕਦੀ। ਪਰ ਉਹ ਇੱਕ ਜਿਹੜੀ ਲੜਕੀ ਜਿਹਦੀ ਇੱਜ਼ਤ ਵੀ ਤੁਸੀਂ ਪਹਿਲੋਂ ਵੀ ਖਰਾਬ ਕੀਤੀ,
ਉਹਦੀ ਡੈੱਡ ਬੋਡੀ ਦੇ ਨਾਲ ਵੀ ਤੁਸੀਂ ਬੇਅਦਬੀ ਕੀਤੀ, ਔਰ ਉਸ ਦੇ ਬਾਅਦ ਵੀ ਤੁਸੀਂ ਇੱਕ ਲੈਟਰਾਂ ਜਾਰੀ ਕਰਕੇ ਉਹਦੇ ਨਾਲ ਬਾਰ-ਬਾਰ ਇਹਨੂੰ ਕਹਿ ਸਕਦੇ ਕਿ ਤੁਸੀਂ ਬਾਰ-ਬਾਰ ਰੇਪ ਕਰ ਰਹੇ ਹੋ। ਸਰਕਾਰ ਸ਼ਾਮਲ ਹੈ, ਔਰ ਇਹ ਇੰਨੀ ਕੁ ਨੰਗੀ ਸਰਕਾਰ ਹੈ ਕਿ ਇੱਕ ਯੂਪੀ ਦੀ ਹੀ ਘਟਨਾ ਪਹਿਲੋਂ ਹੈ ਉਨਾਓ ਦੀ। ਉਨਾਓ ਦੀ ਲੜਕੀ ਸਰਕਾਰ ਤੋਂ ਸੁਰੱਖਿਆ ਮੰਗਦੀ ਮਰ ਗਈ, ਪਰ ਉੱਥੇ ਦੇ MLA ਨੇ ਕਦੀ ਉਹਦੇ ਪਿਓ ਨੂੰ ਮਰਵਾਇਆ, ਕਦੀ ਉਹਦੇ ਚਾਚੇ ਨੂੰ ਮਰਵਾਇਆ, ਲਾਸਟ 'ਚੋਂ ਲੜਕੀ ਨੂੰ ਵੀ ਮਰਵਾ ਦਿੱਤਾ। ਉਹ ਫਿਰ ਵੀ ਉਹ ਬੇਲ ਤੇ ਬਾਹਰ ਆ ਸਕਦੇ ਆ। ਇੱਦਾਂ ਦੀ ਘਟਨਾ J&K 'ਚ ਹੋਈ। ਉੱਥੇ ਮੰਦਿਰ ਦੇ ਅੰਦਰ ਲੜਕੀ ਨੂੰ ਕਿੰਨੇ ਦਿਨ ਬੰਦ ਰੱਖਿਆ ਗਿਆ, ਰੇਪ ਕੀਤਾ ਗਿਆ, ਔਰ ਉਹਨਾਂ ਨੂੰ ਬਚਾਉਣ ਲਈ ਕੌਣ ਆ ਰਿਹਾ? ਜਦੋਂ ਪੁਲਿਸ ਨੇ ਕਾਰਵਾਈ ਕੀਤੀ ਬਚਾਉਣ ਲਈ, BJP ਦਾ MLA, BJP ਦਾ ਮੰਤਰੀ ਬਕਾਇਦਾ ਤਿਰੰਗਾ ਝੰਡਾ ਲੈ ਕੇ ਬਲਾਤਕਾਰੀਆਂ ਨੂੰ ਬਚਾਉਣ। ਇੰਨੇ ਨੰਗਾ ਤਾਂ ਕਦੀ ਕੋਈ ਨਹੀਂ ਸੀ ਹੋਇਆ। ਰਾਜਨੀਤਿਕ ਲੋਕ ਕਰਦੇ ਆ ਕਈ ਵਾਰ, ਮੈਨੂੰ ਪਤਾ ਵੀ ਰਾਜਨੀਤਿਕ ਲੋਕ ਅਪਰਾਧੀਆਂ ਦਾ ਸਾਥ ਵੀ ਦਿੰਦੇ ਆ, ਪਰ ਇੰਨਾ ਨੰਗਾ ਨਹੀਂ ਸੀ ਹੋਇਆ ਕਰਦਾ ਜਿੰਨਾ ਨੰਗਾ ਹੁਣ ਇਹ ਪਿਛਲੇ 10 ਸਾਲਾਂ ਤੋਂ ਇਹ ਸਰਕਾਰ ਕਰ ਰਹੀ ਹੈ। ਔਰ ਜੇ ਗੱਲ ਕੀਤੀ ਜਾਵੇ ਪ੍ਰਸ਼ਾਸਨ ਦੀ, ਕਹਿੰਦੇ ਕਿ ਹੁਣ ਪਹਿਲਾਂ ਮੀਡੀਆ ਜਿਹੜਾ ਸੀਗਾ ਨਾਲ ਸੀ ਪਰਿਵਾਰ ਦੇ, ਉਹ ਕਹਿ ਰਿਹਾ ਸੀਗਾ ਕਿ ਮਤਲਬ ਰੇਪ ਹੋਇਆ ਆ ਤੇ ਪ੍ਰਸ਼ਾਸਨ ਜਿਹੜਾ ਧੱਕਾ ਕਰ ਰਿਹਾ ਆ, ਪਰ ਬਾਅਦ ਵਿੱਚ ਹੌਲੀ ਹੌਲੀ ਜਿਹੜੇ ਮੀਡੀਆ ਦੇ ਬਿਆਨ ਵੀ ਚੇਂਜ ਹੁੰਦੇ ਜਾ ਰਹੇ ਆ। ਜੇ ਨੈਸ਼ਨਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਤੇ ਉਹ ਕਹਿੰਦੇ ਆ ਕਿ ਇਹ ਵੀ ਸੁਣਨ ਵਿੱਚ ਆਇਆ ਸਾਹਮਣੇ ਕਿ ਰੇਪ ਨਹੀਂ ਹੋਇਆ, ਇਹ ਵੀ ਰਿਪੋਰਟਾਂ ਆ ਰਹੀਆਂ ਆ। ਤੇ ਜੇ ਰੇਪ ਨਹੀਂ ਹੋਇਆ ਸੀ, ਸਭ ਤੋਂ ਵੱਡਾ ਸਵਾਲ ਇਹ ਕਿਉਂ ਨਹੀਂ ਜਿਹੜਾ ਉਹਦਾ ਜਵਾਬ ਜਿਹੜਾ ਨਹੀਂ ਦੇ ਰਹੇ ਕਿ ਜੇ ਰੇਪ ਨਹੀਂ ਹੋਇਆ ਸੀਗਾ ਤਾਂ ਇਦਾਂ ਦਾ ਕੀ ਹੋ ਗਿਆ ਸੀਗਾ ਕਿ ਜਿਹੜਾ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾਂ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ ਆ। ਸੋ ਸਭ ਤੋਂ ਵੱਡਾ ਸਵਾਲ ਤਾਂ ਇਹ ਹੁੰਦਾ ਹੈ, ਸਾਹਮਣੇ ਆਇਆ ਅੱਜ ਤੱਕ ਜੇ ਰੇਪ ਜਿੰਨੇ ਵੀ ਹੋਇਆ ਕਿ ਉਹਦੇ ਵਿੱਚ ਇਹ ਸਭ ਕੁਝ ਹੋਇਆ ਆ ਜੋ ਇਸ ਲੜਕੀ ਦੇ ਨਾਲ ਹੋਇਆ ਆ ਉੱਥੇ। ਤਾਂ ਉੱਥੇ ਪ੍ਰਸ਼ਾਸਨ ਜਿਹੜਾ ਖੜਾ ਹੁੰਦਾ ਹੈ ਤੇ ਪ੍ਰਸ਼ਾਸਨ ਜਿਹੜੀ ਉਹਦੀ ਕਾਰਵਾਈ ਜਿਹੜੀ ਹੈ ਕਿੱਦਾਂ ਦੀ ਰਹੀ ਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਪ੍ਰਸ਼ਾਸਨ ਦੀ ਕਾਰਵਾਈ ਬਿਲਕੁਲ ਇਨਸਾਨੀਅਤ ਤੋਂ ਗਿਰੀ ਹੋਈ ਸੀ। ਜੇ ਲੜਕੀ ਨਾਲ ਰੇਪ ਹੋਇਆ ਜਾਂ ਨਹੀਂ ਹੋਇਆ, ਉਹਦੀ ਡੈਥ ਹੋਈ ਹੈ, ਕਤਲ ਹੋਇਆ ਹੈ, ਇੰਨੀ ਕੁ ਗੱਲ ਤਾਂ ਸਾਬਤ ਹੋ ਰਹੀ ਹੈ ਨਾ ਵੀ ਕਤਲ ਹੋਇਆ, ਚੋਟ ਲੱਗੀ ਉਹਦੇ ਤਾਂ ਹੀ ਉਹਦੀ ਡੈਥ ਹੋਈ ਹੈ। ਉਹਦੀ ਡੈਥ ਹੋ ਗਈ ਹੈ ਤੇ ਤੁਸੀਂ ਉਹਦੀ ਸ਼ਕਲ ਤਾਂ ਦਿਖਾ ਦਿਓ। ਜੇ ਤੁਸੀਂ ਇੱਕ ਸਵਾਲ ਉਹ ਕਹਿ ਰਹੇ ਆ ਜਿਹੜਾ ਉਹਨਾਂ ਨੇ ਸੁਪਰੀਮ ਕੋਰਟ 'ਚ ਲਿਖ ਕੇ ਦਿੱਤਾ ਕਿ ਜੀ ਇਹ ਹਿੰਸਾ ਹੋ ਸਕਦੀ ਸੀ, ਰਸ਼ ਹੋ ਸਕਦਾ ਸੀ, ਤੇ ਹਿੰਸਾ ਉਸ ਤੋਂ ਬਾਅਦ ਨਹੀਂ ਹੋ ਸਕਦੀ, ਉਸ ਤੋਂ ਬਾਅਦ ਵੀ ਹੋ ਸਕਦੀ ਹੈ। ਅਸੀਂ ਹੁਣ ਵੀ ਕਿੰਨੀਆਂ ਜ਼ਿਆਦਾ ਕੈਂਡਲ ਮਾਰਚ ਕੀਤੇ ਆ, ਕਿੰਨੇ ਜ਼ਿਆਦਾ ਅਸੀਂ ਉਹ ਬੜੇ ਪ੍ਰਦਰਸ਼ਨ ਕੀਤੇ। ਇੱਕ ਦੁਕਾਨਦਾਰ, ਕੋਈ ਇੱਕ ਰਾਹਗੀਰ ਕਹਿ ਦੇਵੇ ਕਿ ਮੇਰੇ ਕਿਸੇ ਨੇ ਚਪੇੜ ਵੀ ਮਾਰੀ ਹੋਵੇ, ਸਾਡੇ ਵੱਲੋਂ ਕਦੀ ਹਿੰਸਾ ਹੋਈ ਨਹੀਂ ਹੈ। ਅਸੀਂ ਤਾਂ ਹਮੇਸ਼ਾ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ 'ਚ ਯਕੀਨ ਰੱਖਦੇ ਹਾਂ ਵੀ ਸਾਨੂੰ ਉਹਦੇ 'ਤੇ ਯਕੀਨ ਹੈ, ਸਾਨੂੰ ਇਨਸਾਫ ਮਿਲੇਗਾ। ਪ੍ਰਸ਼ਾਸਨ ਨੇ ਅਸਲ 'ਚ ਸਬੂਤ ਨਸ਼ਟ ਕੀਤੇ। ਉਹ ਜਿਹੜਾ ਉਹ ਪਰਿਵਾਰ ਸਵਾਲ ਉਠਾ ਰਿਹਾ, ਬੜਾ ਜਾਇਜ਼ ਸਵਾਲ ਉਠਾ ਰਹੇ, ਉਹ ਕਹਿੰਦੇ ਅਗਰ ਪ੍ਰਸ਼ਾਸਨ ਨੇ ਉਹਦਾ ਸੰਸਕਾਰ ਕਰਨਾ ਵੀ ਸੀ ਤੇ ਸਾਨੂੰ ਸ਼ਕਲ ਕਿਉਂ ਨਹੀਂ ਦਿਖਾਈ। ਹੁਣ ਕਹਿੰਦੇ ਅਸੀਂ ਕਿਉਂ ਮੰਨੀਏ ਵੀ ਸਾਡੀ ਬੇਟੀ ਹੋਈ ਸੀ ਜਿਹਦਾ ਅੰਤਿਮ ਸੰਸਕਾਰ ਹੋਇਆ, ਹੋ ਸਕਦਾ ਉਹ ਹਾਲੇ ਵੀ ਜਿੰਦਾ ਹੋਵੇ, ਹੋ ਸਕਦਾ ਹਾਲੇ ਵੀ ਉਹਨੂੰ ਪ੍ਰਤਾੜਿਤ ਕੀਤਾ ਜਾ ਰਿਹਾ ਹੋਵੇ। ਉਹਨਾਂ ਦੇ ਸਵਾਲ ਬਿਲਕੁਲ ਜਾਇਜ਼ ਹੈ, ਔਰ ਅਸੀਂ ਤਾਂ ਇਹ ਡਿਮਾਂਡ ਉਠਾਈ ਹੈ ਵੀ ਇਹਦੇ ਵਿੱਚ ਯੂਪੀ ਦੇ CM ਨੂੰ ਬਕਾਇਦਾ ਮੁਜਰਮ ਦੇ ਤੌਰ ਤੇ ਸ਼ਾਮਲ ਕੀਤਾ ਜਾਵੇ। ਔਰ ਇਹ ਡਿਮਾਂਡ ਇਹ ਰਾਜਨੀਤਿਕ ਤੌਰ ਤੇ ਨਹੀਂ ਕਹਿ ਰਹੇ। ਜਦੋਂ ਸਰਕਾਰ ਨੇ ਖੁਦ ਸੁਪਰੀਮ ਕੋਰਟ 'ਚ ਲਿਖ ਕੇ ਦਿੱਤਾ ਵੀ ਸਾਡੀ ਸਹਿਮਤੀ ਨਾਲ ਉਹਦਾ ਸੰਸਕਾਰ ਹੋਇਆ, ਹਿੰਸਾ ਹੋ ਸਕਦੀ ਸੀ, ਇਹਦਾ ਮਤਲਬ CM ਸ਼ਾਮਲ ਹੈ, ਸਬੂਤ ਨਸ਼ਟ ਕਰਨ 'ਚ ਸ਼ਾਮਲ ਹੈ, ਤੇ CM ਨੂੰ ਬਕਾਇਦਾ ਬਰਖਾਸਤ ਕੀਤਾ ਜਾਏ ਔਰ CM ਦੇ ਖਿਲਾਫ ਇਹਦੇ ਬਲਾਤਕਾਰ ਦੇ ਦੋਸ਼ੀਆਂ ਦੇ ਨਾਲ ਉਹਨੂੰ ਬਰਾਬਰ ਖੜਾ ਕੀਤਾ ਜਾਏ। ਜੀ, ਤੇ ਜੇ CM ਦੀ ਗੱਲ ਕਰੀਏ, ਪੂਰਾ ਇਸ ਟਾਈਮ ਉਹਨਾਂ ਦਾ ਵੀ ਜੋਰ ਲੱਗਾ ਹੋਇਆ, ਆਰੋਪੀਆਂ ਨੂੰ ਬਚਾ ਰਹੇ ਆ, ਸਾਫ਼ ਦਿਖਾਈ ਦੇ ਰਿਹਾ ਆ। ਤੇ ਜੇ ਗੱਲ ਕੀਤੀ ਜਾਵੇ ਕਿ ਉਹ ਕਹਿੰਦੇ ਕਿ ਜਦੋਂ ਰੇਪ ਹੋਇਆ ਉਹਦੇ ਬਾਅਦ 'ਚ ਬਿਲਕੁਲ ਹੀ ਸਾਰਾ ਬੰਦ ਹੀ ਕਰ ਦਿੱਤਾ ਸੀਗਾ, ਪਰਿਵਾਰ ਨੂੰ ਕਿਸੇ ਨਾਲ ਨਾ ਮੀਡੀਆ ਨੂੰ ਮਿਲਣ ਦਿੱਤਾ ਜਾਂਦਾ ਸੀਗਾ ਤੇ ਨਾ ਹੀ ਕਿਸੇ ਹੋਰ ਆਗੂ ਨੂੰ ਮਿਲਣ ਦਿੱਤਾ ਜਾਂਦਾ ਸੀਗਾ, ਤੇ ਜੇ ਕੋਈ ਜਾਂਦਾ ਸੀ ਉੱਥੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਸੀਗਾ ਵਾਪਸ। ਤੇ ਪਹਿਲੀ ਗੱਲ ਤੇ ਇਹ ਸਵਾਲ ਜਿਹੜਾ ਆ ਇਹ ਖੜਾ ਹੁੰਦਾ ਆ ਕਿ ਮਿਲਣ ਕਿਉਂ ਨਹੀਂ ਦਿੱਤਾ ਜਾਂਦਾ ਸੀ? ਆਖਿਰ ਡਰ ਕੀ ਸੀ ਪ੍ਰਸ਼ਾਸਨ ਨੂੰ ਜਿਹੜਾ ਕਿਸੇ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਸੀ, ਉੱਥੇ ਪਹੁੰਚ ਨਹੀਂ ਕਰਨ ਦਿੱਤੀ ਜਾਂਦੀ ਸੀ? ਤੇ ਫਿਰ ਕਹਿੰਦੇ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਕਰੋਨਾ ਕਾਲ ਕਰਕੇ ਵੀ ਕਰੋਨਾ ਆ ਕਿ ਫੈਲ ਨਾ ਜਾਵੇ, ਇਸ ਲਈ ਜੇ ਉਹ ਦੂਸਰੇ ਪੱਖ ਦੇਖੀ ਜਾਵੇ ਤਾਂ ਉੱਥੇ ਪੰਚਾਇਤਾਂ ਵੀ ਤਾਂ ਠਾਕੁਰ ਲੋਕ ਪੰਚਾਇਤਾਂ ਕਰ ਰਹੇ ਆ। ਸੋ ਉਦੋਂ ਕਰੋਨਾ ਕਿਉਂ ਨਹੀਂ ਫੈਲ ਰਿਹਾ? ਕਿਉਂਕਿ ਉਹਨਾਂ ਨੂੰ ਸਿਰਫ ਪਰਿਵਾਰ ਨੂੰ ਮਿਲਣਾ ਕਰੋਨਾ ਫੈਲਣਾ, ਇਹ ਵੀ ਬਹੁਤ ਵੱਡਾ ਸਵਾਲ ਹੈ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਉਹ CM ਜਿਹੜਾ ਨਾ ਉੱਥੇ ਆਪਣੀ ਜਾਤੀ ਨੂੰ ਉਭਾਰ ਰਿਹਾ ਹੈ। CM ਖੁਦ ਠਾਕੁਰ ਹੈ,
ਤੇ ਠਾਕੁਰ ਐਮਐਲਏ ਨੇ, ਐਕਸ ਐਮਐਲਏ ਨੇ ਆਪਣੇ ਘਰ 'ਚ ਪੰਚਾਇਤਾਂ ਕਰਾਈਆਂ ਔਰ ਡੀਐਮ ਐਸਡੀਐਮ ਦੀ ਨੌਲੇਜ 'ਚ ਪੰਚਾਇਤਾਂ ਹੋਈਆਂ ਆ ਜਿੱਥੇ ਸੈਂਕੜੇ ਲੋਕ ਇਕੱਠੇ ਹੋਏ ਔਰ ਇਸ ਪਰਿਵਾਰ ਨੂੰ ਮਿਲਣ ਲਈ 8-8 10-10 ਲੋਕ ਜਾ ਰਹੇ ਸੀ, ਕੋਈ ਬੜੀ ਗਿਣਤੀ 'ਚ ਨਹੀਂ ਸੀ ਜਾ ਰਹੇ। ਉਹਨਾਂ ਨੂੰ ਕਰੋਨਾ ਦਾ ਹਵਾਲਾ ਦਿੱਤਾ ਜਾ ਰਿਹਾ ਸੀ। ਸਿਰਫ ਰੋਕਿਆ ਨਹੀਂ ਗਿਆ ਬਲਕਿ ਸਾਡੀਆਂ ਜਿਹੜੀਆਂ ਪੰਚਾਇਤਾਂ ਜਾਂ ਸਾਡੀਆਂ ਜਿਹੜੀਆਂ ਸੰਸਥਾਵਾਂ ਗਈਆਂ ਇਹਨਾਂ ਦੇ ਉੱਤੇ ਲਾਠੀ ਚਾਰਜ ਵੀ ਹੋਇਆ, ਮਿਸਬਿਹੇਵ ਵੀ ਹੋਇਆ ਕਿਉਂਕਿ ਬੈਰੀਕੇਡ ਬਹੁਤ ਦੂਰ ਤੱਕ ਸੀਗੇ, ਮੀਡੀਆ ਦੇ ਕੈਮਰੇ ਦੂਰ ਸੀਗੇ ਤੇ ਲੋਕ ਜਦੋਂ ਜਾਂਦੇ ਸੀ ਉਹਨਾਂ ਦੇ ਨਾਲ ਪੁਲਿਸ ਨੇ ਮਿਸਬਿਹੇਵ ਕੀਤਾ ਔਰ ਉਹ ਮਿਸਬਿਹੇਵ ਜਾਤੀ ਆਧਾਰ ਤੇ ਹੀ ਹੋ ਰਿਹਾ ਸੀ। ਜਾਤੀ ਦੇ ਆਧਾਰ ਤੇ ਵੀ ਪੁਲਿਸ ਆਪਣੀ ਜਾਤੀ ਨੂੰ ਗਿਣਦੀ ਸੀਗੀ ਔਰ ਮੁਜਰਮਾਂ ਦੇ ਨਾਲ ਖੜੀ ਸੀ। ਜਿਹੜੇ ਜਾ ਰਹੇ ਸੀ ਮਿਲਣ ਲਈ ਉਹਨਾਂ ਨੂੰ ਦਲਿਤ ਗਿਣ ਰਹੇ ਸੀ ਔਰ ਦਲਿਤ ਦਾ ਮਤਲਬ ਵੀ ਇਹਨਾਂ ਦੀ ਕੋਈ ਇਹ ਇਨਸਾਨ ਵੀ ਨਹੀਂ, ਇਹਨਾਂ ਦੀ ਕੋਈ ਤਾਕਤ ਨਹੀਂ, ਇਹਨਾਂ ਦੇ ਨਾਲ ਅਸੀਂ ਇਨਸਾਨਾਂ ਵਾਲਾ ਬਿਹੇਵ ਵੀ ਨਹੀਂ ਕਰਨਾ। ਤੇ ਮੁੱਖ ਮੰਤਰੀ ਇੱਕ ਭਗਵੇਂ ਚੋਲੇ 'ਚ ਹੈ। ਉਹਨੇ ਨਾ ਜਾਣੀ ਮੁੱਖ ਮੰਤਰੀ ਦੀ ਸੀਟ ਦਾ ਤਾਂ ਵੈਸੇ ਉਹਨੂੰ ਨੌਲੇਜ ਵੀ ਨਹੀਂ ਵੀ ਇਹ ਕੀ ਸੀਟ ਹੈ, ਉਸ ਦੇ ਲਾਇਕ ਨਹੀਂ। ਉਹਨੂੰ ਭਗਵੇਂ ਚੋਲੇ ਦੀ ਵੀ ਸ਼ਰਮ ਨਹੀਂ ਰੱਖੀ ਵੀ ਭਗਵੇਂ ਚੋਲੇ 'ਚ ਵੀ ਆਦਮੀ ਇੱਕ ਸਰਬੱਤ ਦੇ ਭਲੇ ਦੀ ਗੱਲ ਕਰਦਾ ਆ, ਕੋਈ ਵੀ ਹੋਵੇ ਇਹ ਲਫ਼ਜ਼ ਸਿੱਖ ਲੈਂਦਾ ਆ। ਮੁੱਖ ਮੰਤਰੀ ਉਹ ਸਰਬੱਤ ਦੇ ਭਲੇ ਦੀ ਗੱਲ ਵੀ ਨਹੀਂ ਕਹਿ ਰਿਹਾ ਔਰ ਮੈਂ ਤਾਂ ਉਹਦਾ ਇੱਕ ਇੰਟਰਵਿਊ ਸੁਣਿਆ ਆ ਇੱਕ ਪੱਤਰਕਾਰ ਨਾਲ, ਬਕਾਇਦਾ ਬਹਿਸ ਹੀ ਕਰੀ ਜਾ ਰਿਹਾ ਆ। ਸ਼ਾਇਦ ਤੁਸੀਂ ਵੀ ਉਹ ਕਲਿੱਪ ਦੇਖੀ ਹੋਵੇ। ਕਹਿੰਦੇ ਜਦੋਂ ਤੁਹਾਡੇ ਕੋਈ ਚਪੇੜ ਮਾਰੇਗਾ ਤੁਹਾਡਾ ਰਿਐਕਸ਼ਨ ਕੀ ਹੋਏਗਾ। ਉਹ ਪੱਤਰਕਾਰ ਕਹਿੰਦਾ ਮੈਂ ਕਾਨੂੰਨ ਕੋਲ ਜਾਊਂਗਾ। ਕਹਿੰਦਾ ਨਹੀਂ 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 ਇਹ ਤਾਂ ਝੂਠ ਕਹਿ ਰਹੇ ਆ, ਪਹਿਲਾਂ ਤੂੰ ਵੀ ਉੱਠ ਕੇ ਮਾਰੇਗਾ। ਉਹ ਕਹਿੰਦਾ ਨਹੀਂ ਮੈਂ ਕਾਨੂੰਨ ਕੋਲ ਜਾਊਂਗਾ। ਮੁੱਖ ਮੰਤਰੀ ਕਹਿੰਦਾ ਮੈਨੂੰ ਪਤਾ ਹੈ ਪਹਿਲਾਂ ਆਪ ਹੀ ਲੜਾਂਗੇ। ਯਾਨੀ ਮੁੱਖ ਮੰਤਰੀ ਦੀ ਮਾਨਸਿਕਤਾ ਇਹ ਦੱਸ ਰਹੀ ਹੈ ਵੀ ਜਦੋਂ ਕੁਛ ਹੋਵੇ ਤੇ ਆਪ ਹੀ ਬਦਲਾ ਲਵੋ ਆਪ। ਉਹ ਸਾਨੂੰ ਬਾਬਾ ਸਾਹਿਬ ਨੇ ਕਿਹਾ ਕਿ ਨਹੀਂ, ਕਿ ਜਿਹੜਾ ਕਲਮ ਹੈ ਇਹ ਬੜੀ ਤਾਕਤ ਹੈ, ਸੰਵਿਧਾਨ ਜਿਹੜਾ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖ ਰਿਹਾ ਹੈ, ਤੁਸੀਂ ਉਹਦੇ ਉੱਤੇ ਯਕੀਨ ਕਰੋ। ਤੇ ਇਹ ਸਰਕਾਰ ਪੂਰੀ ਤਰ੍ਹਾਂ ਨਾਲ, ਮੈਂ ਲਗਾਤਾਰ ਤੁਹਾਨੂੰ ਕੇਸ ਕਹੇ ਆ, ਚਾਹੇ ਰਹੂਤ ਮੁੱਲਾ ਦਾ ਕੇਸ ਹੈ, ਚਾਹੇ ਉਨਾਵ ਦਾ ਕੇਸ ਆ, ਹਾਥਰਸ ਦਾ ਕੇਸ ਹੈ, ਚਾਹੇ JNK ਦਾ ਕਠੂਆ ਦਾ ਕੇਸ ਹੈ, ਇਹ ਸਰਕਾਰ ਲਗਾਤਾਰ ਨੰਗੀ ਹੋ ਰਹੀ ਹੈ। ਔਰ ਖਾਸ ਤੌਰ ਤੇ ਦਲਿਤ ਤੇ ਜਿਹੜੀ ਘੱਟ ਗਿਣਤੀਆਂ ਦੇ ਮਸਲੇ ਆ, ਘੱਟ ਗਿਣਤੀਆਂ ਦੇ ਮਸਲੇ ਤੇ ਮੈਂ ਤਾਂ ਇੱਕ ਹੋਰ ਚੀਜ਼ ਦੇਖਿਆ ਹੈਰਾਨ ਹਾਥਰਸ ਦੇ ਮਸਲੇ 'ਚ ਵੀ ਹੋਇਆ। ਜਦੋਂ ਪੂਰਾ ਫਸ ਜਾਂਦੇ ਆ ਉਦੋਂ ਇਹਨਾਂ ਨੇ ਇੱਕ ਅਲੱਗ ਹੀ ਮੰਤਰ ਲੱਭਿਆ ਹੋਇਆ ਆ, ਉਦੋਂ ਨਾਲ ਹੀ ਜਾਂ ਮੁਸਲਮਾਨ ਜਾਂ ਪਾਕਿਸਤਾਨ, ਦੋ ਲਫ਼ਜ਼ ਇਹਨਾਂ ਨੇ ਲੱਭੇ ਹੋਏ ਆ। ਹਾਥਰਸ 'ਚ ਵੀ ਕਹਿੰਦੇ ਜੀ ਇਹ 4 ਮੁੰਡੇ ਜਾ ਰਹੇ ਸੀ ਉੱਥੇ ਜੀ ਬਦਅਮਨੀ ਫੈਲਾਉਣ ਲਈ। ਉਹ ਉੱਥੇ ਹੀ ਕਿਉਂ ਜਾਣਗੇ? ਉੱਥੇ ਹੀ ਕਿਉਂ ਜਾਣਗੇ? ਬਦਅਮਨੀ ਅਗਰ ਫੈਲਾਣੀ ਕਿਸੇ ਨੇ ਉਹ ਕਿਤੇ ਵੀ ਫੈਲਾ ਲਏਗਾ। ਉਹ ਜਿੱਥੇ ਪਹਿਰੇ ਲੱਗੇ ਹੋਏ ਉੱਥੇ ਕਿਉਂ ਜਾਊਗਾ ਆਦਮੀ ਫਸਣ ਲਈ? ਇਹ ਸਰਕਾਰ ਨੇ ਇੱਕ ਰਸਤਾ ਸ਼ਾਰਟ ਲੱਭਿਆ ਹੋਇਆ। ਉਹਦੇ ਨਾਲ ਸਾਨੂੰ ਵੀ ਕੋਈ ਕਹਿੰਦੇ ਵੀ ਹਿੰਦੂ 'ਚ ਉਸ ਟਾਈਮ 'ਤੇ ਸਾਨੂੰ ਵੀ ਖੜਾ ਕਰ ਲੈਂਦੇ, ਤੁਸੀਂ ਵੀ ਹਿੰਦੂ ਹੋ, ਜਿਹੜਾ OBC ਉਹ ਵੀ ਹਿੰਦੂ ਹੈ, ਫਿਰ ਤੁਸੀਂ ਸਾਰੇ ਹਿੰਦੂ ਇਕੱਠੇ ਹੋ ਕੇ ਇਹ ਉਗਰਵਾਦ, ਜਿਹੜਾ ਉਗਰਵਾਦ ਮਤਲਬ ਉਹਨਾਂ ਦਾ ਮਤਲਬ ਆ ਮੁਸਲਮਾਨ, ਉਹਦੇ ਖਿਲਾਫ ਖੜੇ ਹੋ ਜਾਓ। ਅਗਰ ਸਾਰਾ ਭਾਰਤ ਦਾ ਮੁਸਲਮਾਨ ਉਗਰਵਾਦ ਹੁੰਦਾ ਤੇ ਦੁਨੀਆ ਦੀ ਕੋਈ ਤਾਕਤ ਸਾਨੂੰ ਬਚਾ ਨਹੀਂ ਸੀ ਸਕਦੀ। 20 ਕਰੋੜ ਤੋਂ ਉੱਪਰ ਜਿਹਨਾਂ ਦੀ ਆਬਾਦੀ ਹੋਵੇ ਤੇ ਦੇਸ਼ 'ਚ 20 ਉਗਰਵਾਦੀ ਵੀ ਹੈ ਨਹੀਂ। ਇੰਨਾ ਸਾਡੀਆਂ ਸੁਰੱਖਿਆ ਜਿਹੜੇ ਫੋਰਸਾਂ ਆ, ਇੰਟੈਲੀਜੈਂਸ ਆ, ਉਹਨਾਂ ਨੇ ਬਹੁਤ ਅੱਛੇ ਕੰਮ ਕੀਤੇ ਆ ਕਿ ਦੇਸ਼ ਸੁਰੱਖਿਅਤ ਹੈ। ਪੰਜਾਬ ਹੀ ਉਗਰਵਾਦ ਸੀ, ਕਿੰਨੇ ਅੱਛੇ ਤਰੀਕੇ ਨਾਲ ਪੰਜਾਬ ਨੂੰ ਕਵਰ ਕੀਤਾ ਗਿਆ। ਇਹ ਸਿਰਫ ਇੱਕ BJP ਦਾ ਕਿਨਾਰਾ ਆ ਵੀ ਜਦੋਂ ਪੂਰੀ ਤਰ੍ਹਾਂ ਫਸ ਜਾਓ ਉਦੋਂ ਪਾਕਿਸਤਾਨ ਤੇ ਉਗਰਵਾਦ ਨੂੰ ਅੱਗੇ ਲੈ ਆਓ। ਜੀ, ਤੇ ਇੱਕ ਹੋਰ ਸਵਾਲ ਆ, ਇਹ ਵੀ ਗੱਲ ਨਿਕਲ ਕੇ ਆਈ ਠਾਕੁਰ ਸਮਾਜ ਵੱਲੋਂ, ਉਹ ਕਹਿੰਦੇ ਆ ਕਿ ਇਹਨਾਂ ਦਾ ਜਿਹੜਾ ਸੀਗਾ ਪੁਰਾਣੀ ਰੰਜਿਸ਼ ਚੱਲ ਰਹੀ ਸੀ, ਪਰ ਇੱਥੇ ਇਹ ਸਵਾਲ ਖੜਾ ਹੁੰਦਾ ਆ ਵੀ ਤੁਸੀਂ ਤਾਂ ਅੱਖ ਚੱਕਣ ਵੀ ਨਹੀਂ ਦਿੰਦੇ। ਉਹ ਉੱਥੇ ਜੇ ਆਪਣੇ ਆਪ ਨੂੰ ਉੱਚ ਜਾਤੀ ਜਿਹੜੇ ਕਹਾਉਂਦੇ ਆ, ਉਹ ਸਾਡੇ ਸਮਾਜ ਨੂੰ ਅੱਖ ਵੀ ਨਹੀਂ ਚੱਕਣ ਦਿੰਦੇ ਕਿ ਉਹ ਸਾਡੇ ਸਮਾਜ ਦੇ ਲੋਕ ਪੁਰਾਣੀ ਰੰਜਿਸ਼ ਰੱਖ ਸਕਦੇ ਆ, ਕਿ ਉਹਨਾਂ ਵਿੱਚ ਇੰਨੀ ਹਿੰਮਤ ਹੈ, ਜਾਂ ਫਿਰ ਉਹਨਾਂ ਨੂੰ ਇੰਨਾ ਤੁਸੀਂ ਜੇ ਪੁਰਾਣੀ ਰੰਜਿਸ਼ ਰੱਖਦੇ ਆ ਤਾਂ ਕੀ ਹੁਣ ਤੱਕ ਤੁਸੀਂ ਕੋਈ ਕਦਮ ਨਾ ਚੱਕਿਆ ਹੁੰਦਾ? ਪੁਰਾਣੀ ਰੰਜਿਸ਼ ਹੋਵੇ ਵੀ ਅਗਰ ਤੇ ਦਲਿਤ ਪਰਿਵਾਰ ਨੇ ਨਹੀਂ ਕੁਛ ਕੀਤਾ। ਦਲਿਤ ਪਰਿਵਾਰ ਦੀ ਤਾਂ ਬੇਟੀ ਨਾਲ ਹੋਇਆ। ਤੇ ਜੇ ਪੁਰਾਣੀ ਰੰਜਿਸ਼ ਹੈ, ਇਹ ਤਾਂ ਸਗੋਂ ਅਦਾਲਤ 'ਚ ਕੇਸ ਨੂੰ ਮਜ਼ਬੂਤ ਕਰਦੀ ਹੈ ਕਿ ਰੰਜਿਸ਼ ਸੀਗੀ, ਕਿਉਂਕਿ ਮੁਜਰਮ ਕਹਿੰਦਾ ਜੀ ਮੈਂ ਕਿਉਂ ਮਾਰਨਾ, ਮੈਂ ਕੰਮ ਕਿਉਂ ਕਰਦਾ। ਇਹ ਸਵਾਲ ਹਰ ਮੁਜਰਮ ਕੋਲ ਹੁੰਦਾ, ਮੈਂ ਕਿਉਂ ਕਰਦਾ, ਮੈਂ ਨਹੀਂ ਕੀਤਾ। ਤੇ ਜੇ ਪੁਰਾਣੀ ਰੰਜਿਸ਼ ਹੈ, ਇਹ ਤਾਂ ਸਗੋਂ ਕੋਰਟ 'ਚ ਜਾ ਕੇ ਜ਼ਿਆਦਾ ਇਸ ਨੂੰ ਮਜ਼ਬੂਤੀ ਮਿਲੇਗੀ ਕਿ ਠਾਕੁਰਾਂ ਦਾ ਪਰਿਵਾਰ 100 ਘਰ ਠਾਕੁਰਾਂ ਦੇ, 4 ਘਰ ਵਾਲਮੀਕੀ ਸਮਾਜ ਦੇ, ਇਹ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਸੀ ਹਮੇਸ਼ਾ ਹੀ। ਉਹ ਆਪਣੀ ਮਿਹਨਤ ਦੇ ਨਾਲ
ਉਹਨਾਂ ਨੇ ਥੋੜੀ ਜਿਹੀ ਜ਼ਮੀਨ ਵੀ ਬਣਾਈ ਆਪਣੀ ਮਿਹਨਤ ਦੇ ਨਾਲ, ਜਿਹਦੇ ਬਕਾਇਦਾ ਉਹਨਾਂ ਕੋਲ ਸਰਕਾਰੀ ਕਾਗਜ਼ ਹੈ। ਇਹ ਉਸ ਜ਼ਮੀਨ ਨੂੰ ਵੀ ਖੋਣਾ ਚਾਹੁੰਦੇ ਆ, ਕਿਉਂਕਿ 100 ਘਰ ਹੈ, ਦਬੰਗਾਈ ਹੈ, ਖੋਣਾ ਚਾਹੁੰਦੇ ਆ ਜਾਤੀ ਦੇ ਆਧਾਰ ਤੇ ਜੇ ਉਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਉਹਦਾ ਰਿਕਾਰਡ ਲਿਆਓ, ਤੇ ਜੇ ਉਹ ਰਿਕਾਰਡ ਹੈ ਉਹ ਤਾਂ ਸਗੋਂ ਇਸ ਕੇਸ 'ਚ ਮਦਦ ਕਰੇਗਾ ਲੜਕੀ ਦੀ, ਵੀ ਹਾਂ ਪੁਰਾਣੀ ਰੰਜਿਸ਼ ਸੀ, ਇਸ ਕਰਕੇ ਇਹਨਾਂ ਨੇ ਬੇਟੀ ਨੂੰ ਹੱਥ ਪਾਇਆ ਹੈ ਜੀ। ਤੇ ਜੇ ਹੁਣ ਅਸੀਂ ਗੱਲ ਕਰੀਏ ਸਾਡੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਆ ਮੋਦੀ ਸਾਹਿਬ, ਉਹਨਾਂ ਨੇ ਕਿਹਾ ਸੀਗਾ ਜੀ ਰਾਮ ਰਾਜ ਜਿਹੜਾ ਆ ਰਿਹਾ ਆ ਜਾਂ ਰਾਮ ਰਾਜ ਅਸੀਂ ਸਥਾਪਿਤ ਕਰਨਾ। ਜੇ ਰਾਮ ਰਾਜ ਦੀ ਗੱਲ ਕਰੀਏ ਕਿ ਰਾਮ ਰਾਜ ਦੇ ਵਿੱਚ ਜੇ ਲੜਕੀਆਂ ਸੇਫ ਨਹੀਂ ਆ, ਕਿ ਇਦਾਂ ਦੇ ਰਾਮ ਰਾਜ ਦੀ ਲੋੜ ਹੈਗੀ ਆ? ਇਹ ਰਾਮ ਰਾਜ ਹੀ ਉਹਨਾਂ ਨੇ ਕਿਹਾ ਨਾ, ਜਿਹੜਾ ਮੈਂ ਹੱਲਿਆ ਦਾ ਨਾਮ ਲਿਆ, ਉਹ ਰਾਮ ਰਾਜ ਦੀ ਘਟਨਾ ਹੈ ਜਦੋਂ ਇੰਦਰ ਜਾ ਕੇ ਹੱਲਿਆ ਦਾ ਰੇਪ ਕਰਦਾ ਹੈ। ਤੇ ਇਹ ਉੱਦਾਂ ਦੇ ਰਾਮ ਰਾਜ ਸ਼ਾਇਦ ਬਣਾਉਣਾ ਚਾਹ ਰਹੇ ਆ। ਔਰ ਮੈਂ ਤਾਂ ਇਹ ਗੱਲ ਕਹਿਣਾ ਕਿ ਜਦੋਂ ਤੁਸੀਂ ਕਿਸੇ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਣ ਜਾ ਰਹੇ ਹੋ, ਤੇ ਪਹਿਲੋਂ ਇਹ ਸਵਾਲ ਪੁੱਛੋ ਆਪਣੇ ਜ਼ਮੀਰ ਤੋਂ ਵੀ ਤੁਸੀਂ ਇਹ ਮੰਦਿਰ 'ਚੋਂ ਸਿਖਾਓਗੇ ਕੀ? ਜੇ ਕਠੂਆ ਦੇ ਮੰਦਿਰ 'ਚ ਇੱਕ ਬੇਟੀ ਨਾਲ ਰੇਪ ਹੋ ਸਕਦਾ ਆ, ਫਿਰ ਤੁਸੀਂ ਇਹਨਾਂ ਮੰਦਿਰਾਂ ਤੋਂ ਲਓਗੇ ਕੀ? ਜੇ ਮੰਦਿਰਾਂ 'ਚੋਂ ਨਿਕਲਣ ਤੋਂ ਬਾਅਦ ਲੋਕ ਨਾਅਰੇ ਲਗਾ ਕੇ ਦੂਸਰੀ ਕੌਮ ਦੇ ਉੱਤੇ ਹਮਲੇ ਕਰਦੇ ਆ ਮੰਦਿਰ 'ਚੋਂ ਨਿਕਲ ਕੇ, ਫਿਰ ਉਹ ਮੰਦਿਰਾਂ ਦੀ ਜ਼ਰੂਰਤ ਨਹੀਂ ਦੇਸ਼ ਨੂੰ। ਇਹ ਸਵਾਲ ਇਹਨਾਂ ਨੂੰ ਕਰਨਾ ਚਾਹੀਦਾ ਆਪਣੇ ਆਪ ਤੋਂ ਵੀ ਇਹ ਇੱਕ ਐਸਾ ਦੇਸ਼ ਜਿੱਥੇ ਸਾਰੇ ਭਗਵਾਨ ਜੰਮੇ, ਦੂਜੇ ਦੇਸ਼ 'ਚ ਕਿਸੇ 'ਚ ਵੀ ਨਹੀਂ ਜੰਮੇ ਭਗਵਾਨ, ਸਾਰੇ ਇੱਥੇ ਹੀ ਜੰਮਦੇ ਆ, ਤੇ ਪਰ ਇੱਥੇ ਇਨਸਾਨ ਨਹੀਂ ਜੰਮ ਰਹੇ। ਇਹ ਵੀ ਸਵਾਲ ਇਹਨਾਂ ਨੂੰ ਕਰਨਾ ਚਾਹੀਦਾ ਆਪਣੇ ਆਪ ਤੋਂ ਵੀ ਇਹ ਸਵਾਲ ਜਾਇਜ਼ ਹੈ ਵੀ ਸਾਨੂੰ ਰਾਮ ਰਾਜ ਦੀ ਜ਼ਰੂਰਤ ਨਹੀਂ ਹੈ, ਸਾਨੂੰ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਰਾਜ ਦੀ ਜ਼ਰੂਰਤ ਹੈ। ਜਿਹੜੀ ਇੱਥੇ ਫਗਵਾੜੇ ਦੀ ਵੀ ਘਟਨਾ ਮੈਂ ਯਾਦ ਕਰਾ ਦੇਵਾਂ ਕਿ ਫਗਵਾੜੇ 'ਚ ਵੀ ਸੰਵਿਧਾਨ ਚੌਂਕ ਦੇ ਨਾਮ ਤੇ ਸ਼ਿਵ ਸੈਨਾ ਦੇ ਗੁੰਡਿਆਂ ਨੇ ਗੋਲੀ ਚਲਾਈ ਸੀ ਸਾਡੇ ਲੜਕੇ ਤੇ ਬੋਬੀ ਦੇ ਉੱਤੇ, ਤੇ ਉਹਦਾ ਕਤਲ ਕੀਤਾ ਗਿਆ। ਸਾਨੂੰ ਉਸ ਸੰਵਿਧਾਨ ਰਾਜ ਦੀ ਜ਼ਰੂਰਤ ਹੈ, ਸਾਨੂੰ ਰਾਮ ਰਾਜ ਦੀ ਜ਼ਰੂਰਤ ਨਹੀਂ ਹੈ ਜੀ। ਤੇ ਹੁਣ ਇਸ ਮੁੱਦੇ ਨੂੰ ਲੈ ਕੇ ਜੇ ਹਾਥਰਸ ਆ, ਉਹਦੇ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ, ਪੀੜਤਾ ਜਿਹੜੀ ਸੀਗੀ ਜਿਹਦੀ ਡੈਥ ਹੋ ਚੁੱਕੀ ਆ, ਉਹਨੂੰ ਇਨਸਾਫ ਦਿਵਾਉਣ ਲਈ ਧਾਰਮਿਕ ਜਿਹੜੇ ਆ ਆਗੂ, ਉਹਨਾਂ ਦਾ ਅਗਲਾ ਸਟੈਪ ਕੀ ਹੋਊਗਾ, ਕਦਮ ਕੀ ਹੋਊਗਾ ਅਗਲਾ? ਮੂਵਮੈਂਟ ਜਿਹੜੀ ਹੈ ਸੜਕਾਂ ਦੀ, ਉਹ ਮੇਰੇ ਖਿਆਲ 'ਚ ਇੱਕ ਰਿਕਾਰਡ ਬਣਿਆ ਆ। ਰਿਕਾਰਡ ਦੂਜੇ ਤਰੀਕੇ ਨਾਲ ਵੀ ਬਹੁਤ ਬੜੀ ਗਿਣਤੀ 'ਚ ਲੋਕ ਸੜਕਾਂ 'ਤੇ ਆਏ, ਪਰ ਉਹਨਾਂ ਨੇ ਕਾਨੂੰਨ ਨੂੰ ਹੱਥ 'ਚ ਨਹੀਂ ਲਿਆ, ਦੋਨੋਂ ਤਰੀਕੇ ਦਾ ਰਿਕਾਰਡ। ਔਰ ਉਸ ਦੇ ਬਾਅਦ ਹੁਣ ਜਿਹੜਾ ਅੱਜ ਹਾਈ ਕੋਰਟ 'ਚ ਉਸ ਪਰਿਵਾਰ ਦੇ ਬਿਆਨ ਹੋ ਰਹੇ ਆ, ਹੁਣ ਸਾਨੂੰ ਆਪਣੀ ਮੂਵਮੈਂਟ ਜਿਹੜੀ ਨਾ ਇਸ ਪਾਸੇ ਵੱਲ ਮੋੜਨ ਦੀ ਜ਼ਰੂਰਤ ਹੈ ਵੀ ਉਹ ਪਰਿਵਾਰ ਕੋਰਟ ਦੇ ਵਿੱਚ ਕਮਜ਼ੋਰ ਨਾ ਪਵੇ, ਵਕੀਲ ਪੱਖੋਂ ਵੀ, ਸੁਰੱਖਿਆ ਪੱਖੋਂ ਵੀ। ਉਹਨਾਂ ਨੂੰ ਧਮਕੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ, ਉਸ ਵਾਸਤੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪਰਿਵਾਰ ਨੂੰ ਪੰਜਾਬ ਸ਼ਿਫਟ ਕੀਤਾ ਜਾਏ, ਤੇ ਪੰਜਾਬ ਦੇ ਵਿੱਚ ਹੀ ਕਿਸੇ ਕੋਰਟ 'ਚ, ਕੋਈ CBI ਕੋਰਟ ਪੰਜਾਬ 'ਚ ਵੀ ਹੈ, ਇੱਥੇ ਹੀ ਉਹ ਕੇਸ ਲੜਿਆ ਜਾਵੇ ਤਾਂ ਕਿ ਉਹ ਪਰਿਵਾਰ ਬਿਲਕੁਲ ਬੇਖੌਫ ਹੋ ਕੇ ਜੋ ਸੱਚ ਹੈ ਉਸ ਨੂੰ ਅਦਾਲਤ 'ਚ ਕਹਿ ਕੇ ਦੋਸ਼ੀਆਂ ਨੂੰ ਫਾਂਸੀ ਤੱਕ ਪਹੁੰਚਾ ਸਕੇ ਜੀ। ਸੋ ਹੁਣ ਅਸੀਂ ਗੱਲ ਕੀਤੀ ਧਰਮ ਗੁਰੂ ਸਾਡੇ ਜਿਹੜੇ ਨੇ ਦਰਸ਼ਨ ਰਤਨ ਰਾਵਣ ਜੀ ਨਾਲ ਗੱਲਬਾਤ ਕੀਤੀ, ਤੇ ਉਹਨਾਂ ਨੇ ਜੋ ਸਾਡੇ ਸਵਾਲ ਸੀਗੇ ਉਹਨਾਂ ਦਾ ਵਧੀਆ ਜਵਾਬ ਤਾਂ ਬਹੁਤ, ਤੇ ਸਾਨੂੰ ਹੁਣ ਉਹਨਾਂ ਨੇ ਇਹ ਵੀ ਦੱਸਿਆ ਕਿ ਸਾਡਾ ਅਗਲਾ ਜਿਹੜਾ ਆ ਸਟੈਪ, ਜਿਹੜਾ ਸਾਡਾ ਅਗਲਾ ਜਿਹੜਾ ਆ ਕਦਮ ਕਿਹੜਾ ਹੋਊਗਾ, ਜਿਹਦੇ ਕਰਕੇ ਅਸੀਂ ਆਪਣੀ ਜਿਹੜੀ ਆ ਧੀ ਆ ਉਹਨੂੰ ਇਨਸਾਫ ਦਿਵਾ ਸਕੀਏ। ਸੋ ਅਸੀਂ ਅਗਲੀ ਵਾਰ ਵੀ ਤੁਹਾਡੇ ਫਿਰ ਰੂਬਰੂ ਹੁੰਦੇ ਰਵਾਂਗੇ। ਉਦੋਂ ਤੱਕ ਲਈ ਮੈਨੂੰ ਰੂਪ ਨੂੰ ਦਿਓ ਇਜਾਜ਼ਤ। ਧੰਨਵਾਦ। ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ। ਆਸ਼ੂ ਦੀ ਹੱਟੀ, ਆਪੋਜ਼ਿਟ ਬੱਸ ਸਟੈਂਡ, ਫਗਵਾੜਾ।